ਹੈਲੋ ਸਟੂਡੈਂਟ, ਅੱਜ ਆਪਾਂ ਉਡਾਰੀ ਪਾਠ ਪੜ੍ਹਾਂਗੇ। ਇਸ ਵਿੱਚ ਕੀ ਦੱਸਿਆ ਗਿਆ ਹੈ ਕਿ ਕੁੜੀਆਂ ਨੂੰ ਪੜ੍ਹਾਉਣ ਵਾਸਤੇ ਕੀ ਕੁਝ ਕਰਨਾ ਚਾਹੀਦਾ ਹੈ, ਵੀ ਉਹਨਾਂ ਨੂੰ ਪੜ੍ਹਾਉਣਾ ਚਾਹੀਦਾ ਹੈ ਜਾਂ ਨਹੀਂ ਪੜ੍ਹਾਉਣਾ ਚਾਹੀਦਾ। ਇਸ ਵਿੱਚ ਇੱਕ ਕਹਾਣੀ ਇਸ ਤਰ੍ਹਾਂ ਦੀ ਹੈ ਕਿ ਇੱਕ ਕਿਸਾਨ ਹੁੰਦਾ ਹੈ ਜੋ ਕਿ ਆਪਣੀ ਲੜਕੀ ਨੂੰ ਪੜ੍ਹਾਉਂਦਾ ਹੈ। ਲੋਕ ਉਸ ਦੇ ਖਿਲਾਫ ਹੁੰਦੇ ਹਨ, ਪਰ ਉਹ ਉਹਨਾਂ ਦੀ ਕੋਈ ਨਹੀਂ ਸੁਣਦਾ। ਉਹਨਾਂ ਦੇ ਖਿਲਾਫ ਹੋਣ ਦੇ ਬਾਵਜੂਦ ਉਹ ਉਸ ਨੂੰ ਪੜ੍ਹਾ ਲਿਖਾ ਕੇ ਬਹੁਤ ਵਧੀਆ ਇਨਸਾਨ ਬਣਾ ਦਿੰਦਾ ਹੈ। ਇਹਦੇ ਵਿੱਚ ਕਹਾਣੀ ਕਿਸ ਦੀ ਹੈ? ਜੀਤ ਹੈ। ਉਹਦੇ ਕੋਲ ਭਾਵੇਂ ਜ਼ਮੀਨ ਬਹੁਤ ਜ਼ਿਆਦਾ ਨਹੀਂ ਹੁੰਦੀ, ਉਹ ਥੋੜਾ ਪੜ੍ਹਿਆ ਲਿਖਿਆ ਹੋਣ ਕਰਕੇ ਆਪਣਾ ਗੁਜ਼ਾਰਾ ਵਧੀਆ ਚਲਾ ਰਿਹਾ ਹੁੰਦਾ ਹੈ। ਜੇ ਉਸਨੇ ਪਿੰਡ ਵਿੱਚ ਕਿਸੇ ਤੋਂ ਪੈਸੇ ਨਹੀਂ ਵੀ ਲੈਣੇ ਸਨ ਤੇ ਕਿਸੇ ਦੇ ਦੇਣੇ ਵੀ ਨਹੀਂ ਸਨ, ਮਤਲਬ ਉਸਦੇ ਉੱਪਰ ਕੋਈ ਕਰਜ਼ਾ ਨਹੀਂ ਸੀ। ਉਸਦੇ ਮਾਂ-ਬਾਪ ਉਸ ਨੂੰ ਪਹਿਲਾਂ ਹੀ ਵਿਛੋੜਾ ਦੇ ਚੁੱਕੇ ਸਨ, ਮਰ ਚੁੱਕੇ ਸਨ, ਪਰ ਜੀਤ ਨੇ ਫਿਰ ਵੀ ਹੌਸਲਾ ਨਹੀਂ ਛੱਡਿਆ ਸੀ। ਉਹ ਆਪਣੇ ਪੈਰਾਂ 'ਤੇ ਖੜਾ ਹੋ ਗਿਆ। ਉਹ ਆਪਣੇ ਖੇਤਾਂ ਵਿੱਚ ਕੰਮ ਕਰਦਾ ਰਹਿੰਦਾ ਤੇ ਵਧੀਆ ਫਸਲ ਪੈਦਾ ਕਰਦਾ। ਪੈਸੇ ਵਿੱਚ ਉਹ ਖਰਾ ਹੋਣ ਕਰਕੇ ਆੜ੍ਹਤੀਏ ਵੀ ਉਸ ਦੇ ਮਗਰ ਫਿਰਦੇ ਰਹਿੰਦੇ ਸਨ। ਫਸਲ ਸਾਡੇ ਕੋਲ ਲੈ ਕੇ ਆਵੀਂ, ਉਹ ਕਹਿੰਦੇ ਸਨ ਕਿ ਸਾਡੇ ਕੋਲ ਫਸਲ ਲੈ ਕੇ ਆਈ। ਇਸ ਤਰ੍ਹਾਂ ਉਸ ਦੀ ਜਾਣ ਪਛਾਣ ਵੱਧਦੀ ਗਈ ਤੇ ਇਲਾਕੇ ਵਿੱਚ ਉਸ ਦਾ ਪੂਰਾ ਨਾਮ ਹੋ ਗਿਆ। ਇਹ ਸੁਣ ਕੇ ਦੂਰੋਂ ਨੇੜੇ ਉਸ ਨੂੰ ਰਿਸ਼ਤੇ ਵੀ ਆਉਣ ਲੱਗ ਗਏ। ਫਿਰ ਇੱਕ ਨੇੜੇ ਦੀ ਰਿਸ਼ਤੇਦਾਰ ਨੇ ਉਸ ਦਾ ਰਿਸ਼ਤਾ ਕਰਵਾ ਦਿੱਤਾ। ਜੀਤ ਦਾ ਵਿਆਹ ਬਹੁਤ ਹੀ ਵਧੀਆ ਢੰਗ ਨਾਲ ਹੋਇਆ। ਉਸ ਦੀ ਘਰਵਾਲੀ ਬਹੁਤ ਸੋਹਣੀ ਸੁਨੱਖੀ ਸੀ, ਜੀਤ ਦੀ ਬਹੁਤ ਸੇਵਾ ਕਰਦੀ ਸੀ। ਉਹ ਘਰ ਆਈ ਸੀ ਤਾਂ ਉਸ ਦਾ ਘਰ ਦਾ ਨਕਸ਼ਾ ਹੀ ਬਦਲ ਗਿਆ। ਜੀਤ ਹੁਣ ਜ਼ਿਆਦਾ ਸਮਾਂ ਖੇਤਾਂ ਵਿੱਚ ਲਗਾਉਂਦਾ ਤੇ ਫਸਲ ਪਹਿਲਾਂ ਨਾਲੋਂ ਚੰਗੀ ਹੋਣ ਲੱਗ ਪਈ। ਜੀਤ ਨੇ ਆਪਣੀ ਘਰਵਾਲੀ ਦਾ ਨਾਮ ਭਾਗਾਂ ਵਾਲੀ ਰੱਖਿਆ ਹੋਇਆ ਸੀ, ਕਿਉਂਕਿ ਜਦੋਂ ਹੀ ਉਹ ਆਈ ਸੀ ਤਾਂ ਉਸਦੇ ਜਿਹੜੇ ਭਾਗ ਹੈ ਉਹ ਬਦਲ ਗਏ ਸਨ। ਉਸਦਾ ਜਿਹੜਾ ਕੰਮ ਹੈ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ। ਲੋਕ ਵੀ ਖੁੰਡਾਂ 'ਤੇ ਬੈਠੇ ਬੈਠੇ ਇਹੋ ਜਿਹੀਆਂ ਗੱਲਾਂ ਕਰਦੇ ਰਹਿੰਦੇ ਕਿ ਜੀਤ ਦੀ ਘਰਵਾਲੀ ਤਾਂ ਵਾਕਈ ਹੀ ਭਾਗਾਂ ਵਾਲੀ ਹੈ। ਜਦੋਂ ਦੀ ਆਈ ਹੈ ਜੀਤ ਦੀ ਹਾਲਤ ਬਦਲ ਗਈ ਹੈ। ਅੱਜ ਉਸਦੇ ਘਰ ਕੀ ਨਹੀਂ ਹੈ? ਖੇਤੀ ਦੇ ਹਰ ਛੋਟੇ ਤੋਂ ਲੈ ਕੇ ਵੱਡੇ ਤੱਕ ਸੰਦ ਤੱਕ ਹਰ ਲੋੜ ਵਾਲੀ ਚੀਜ਼ ਹੈ। ਰੱਬ ਨੇ ਤਾਂ ਉਸਦੀ ਨੇੜੇ ਹੋ ਕੇ ਸੁਣੀ ਹੈ। ਇੱਧਰ ਜੀਤ ਦੇ ਵਿਆਹ ਨੂੰ 1.5 ਸਾਲ ਹੋ ਚੁੱਕਿਆ ਸੀ ਕਿ ਉਹਨਾਂ ਦੇ ਘਰ ਇੱਕ ਨਵਾਂ ਮਹਿਮਾਨ ਆਉਣ ਵਾਲਾ ਸੀ। ਜੀਤ ਦੀ ਘਰਵਾਲੀ ਇੱਕ ਸੋਹਣੀ ਜਿਹੀ ਕੁੜੀ ਨੂੰ ਜਨਮ ਦਿੱਤਾ, ਜਿਸ ਦੀ ਕਿਲਕਾਰੀ ਸੁਣ ਕੇ ਜੀਤ ਲੋਕਾਂ ਵਾਂਗ ਰੋਇਆ ਨਹੀਂ, ਸਗੋਂ ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾ ਰਿਹਾ ਸੀ। ਮਤਲਬ ਕਈ ਲੋਕ ਨੇ ਜਿਵੇਂ ਲੜਕੀਆਂ ਦੇ ਜਨਮ ਹੋਣ 'ਤੇ ਪਛਤਾਣ ਲੱਗ ਜਾਂਦੇ ਨੇ ਵੀ ਇਹ ਕਿਉਂ ਪੈਦਾ ਹੋ ਗਈ, ਪਰ ਜੀਤ ਨੇ ਇਸ ਤਰ੍ਹਾਂ ਨਹੀਂ ਕੀਤਾ। ਜੀਤ ਬਹੁਤ ਖੁਸ਼ ਹੋਇਆ, ਬਲਕਿ ਉਸਨੇ ਲੋਕਾਂ ਨੂੰ ਪਾਰਟੀ ਵੀ ਦਿੱਤੀ। ਜਿਹੜਾ ਵੀ ਲੋਕ ਲੜਕੀ ਨੂੰ ਦੇਖਦਾ ਉਹ ਉਸ ਨੂੰ ਪਰੀਆਂ ਵਰਗੀ ਕਹਿੰਦਾ। ਇਹ ਸੁਣ ਕੇ ਜੀਤ ਨੇ ਉਸ ਦਾ ਨਾਮ ਪਰਮਿੰਦਰ ਰੱਖ ਦਿੱਤਾ ਤੇ ਉਸਨੂੰ ਪਰੀ ਕਹਿ ਕੇ ਬੁਲਾਉਣ ਲੱਗ ਪਏ। ਹੁਣ ਉਹਨਾਂ ਦਾ ਸਮਾਂ ਖੁਸ਼ੀ ਲੰਘ ਰਿਹਾ ਸੀ। ਇੱਧਰ ਜੋ ਲੋਕ ਉਸਦੇ ਮੱਚਦੇ ਸਨ, ਮਤਲਬ ਉਸਦੇ ਖੁਸ਼ ਨਹੀਂ ਸਨ, ਉਹ ਗੱਲਾਂ ਕਰਦੇ ਰਹਿੰਦੇ ਕਿ ਹੁਣ ਪਤਾ ਲੱਗੇਗਾ ਜਦੋਂ ਇਸ ਦਾ ਵਿਆਹ ਕਰਨਾ ਪਵੇਗਾ। ਮਤਲਬ ਉਹਨਾਂ ਨੂੰ ਲੜਕੀ ਦੀ ਜ਼ਿਆਦਾ ਟੈਨਸ਼ਨ ਹੋਈ ਪਈ ਸੀ ਵੀ ਜੇ ਲੜਕੀ ਹੋ ਗਈ ਤਾਂ ਉਸ ਦਾ ਵਿਆਹ ਕਰਨਾ ਪਵੇਗਾ, ਉਸਨੂੰ ਜ਼ਿਆਦਾ ਪੈਸੇ ਲਗਾਉਣੇ ਪੈਣਗੇ, ਹੁਣ ਉਹਦਾ ਸਭ ਕੁਝ ਵਿਕ ਜਾਵੇਗਾ। ਜਿਹੜੇ ਦੇ ਸਿਆੜ ਦੇ ਕੋਲ ਉਸ ਸਿਰ 'ਤੇ ਉਡਾਰੀਆਂ ਮਾਰਦਾ ਫਿਰਦਾ ਹੈ, ਸ਼ਰੀਕ 'ਤੇ ਕਦੇ ਰਾਜੀ ਨਹੀਂ ਹੁੰਦਾ। ਮਤਲਬ ਕੋਈ ਕਿਸੇ 'ਤੇ ਖੁਸ਼ ਨਹੀਂ ਹੁੰਦਾ। ਇਹ ਕਹਾਵਤ ਸੱਚ ਹੈ। ਉਹ ਬਸ ਜੀਤ ਨੂੰ ਉਜਾੜਨਾ ਹੀ ਚਾਹੁੰਦੇ ਸਨ। ਦਿਨ ਰਾਤ ਇਹੋ ਸੁੱਖਦੇ ਰਹਿੰਦੇ ਕਿ ਇੱਧਰ ਪਰੀ ਵੀ ਹੁਣ ਵੱਡੀ ਹੋ ਰਹੀ ਸੀ ਤੇ ਉਹ ਸਕੂਲ ਜਾਣ ਲੱਗ ਪਈ। ਹੁਣ ਸਮਾਂ ਲੰਘਦਾ ਗਿਆ। ਹੁਣ ਭਾਗਾਂ ਵਾਲੀ ਦੀ ਸਿਹਤ ਹੈ ਕੁਝ ਖਰਾਬ ਰਹਿਣ ਲੱਗੀ। ਜੀਤ ਵਿਚਾਰਾ ਹੁਣ ਪਹਿਲਾਂ ਪਰੀ ਨੂੰ ਤਿਆਰ ਕਰਕੇ ਸਕੂਲ ਭੇਜਦਾ, ਫਿਰ ਭਾਗਾਂ ਵਾਲੀ ਨੂੰ ਲੈ ਕੇ ਡਾਕਟਰਾਂ ਦੇ ਚੱਕਰ ਲਗਾਉਂਦਾ ਰਹਿੰਦਾ, ਪਰ ਭਾਗਾਂ ਵਾਲੀ ਨੂੰ ਕਿਤੋਂ ਵੀ ਫਰਕ ਨਹੀਂ ਪਿਆ। ਲੋਕਾਂ ਦੀਆਂ ਸੁੱਖਾਂ ਰੱਬ ਨੇ ਕਬੂਲ ਕਰ ਲਈਆਂ ਤੇ ਸੁੱਖ ਦੀ ਰੋਟੀ ਖਾਣ ਨਹੀਂ ਦਿੰਦਾ ਸੀ। ਇੱਧਰ ਜੀਤ ਦੀ ਘਰਵਾਲੀ ਥੋੜ੍ਹੇ ਹੀ ਦਿਨਾਂ 'ਚ ਸੁੱਕੇ ਕਾਨੇ ਵਰਗੀ ਹੋ ਗਈ ਤੇ ਮੰਜੇ 'ਤੇ ਪਈ ਵੀ ਦਿਖਾਈ ਨਹੀਂ ਦਿੰਦੀ ਸੀ। ਇੱਕ ਦਿਨ ਸਵੇਰੇ ਹੀ ਭਾਗਾਂ ਵਾਲੀ ਨੇ ਜੀਤ ਦੇ ਪਰੀ ਦੇ ਕੋਲ ਬੁਲਾਇਆ ਤੇ ਜੀਤ ਨੂੰ ਕਿਹਾ ਕਿ ਮੇਰੀ ਪਰੀ ਦਾ ਖਿਆਲ ਰੱਖਿਓ, ਮੇਰਾ ਤਾਂ ਅੰਤ ਸਮਾਂ ਆ ਗਿਆ ਹੈ। ਤਾਂ ਜੀਤ ਬੋਲਿਆ, ਇਹ ਤੂੰ ਕੀ ਕਹਿ ਰਹੀ ਹੈ? ਤੈਨੂੰ ਕੁਝ ਨਹੀਂ ਹੋਵੇਗਾ। ਇਹ ਤੇਰੀ ਹੀ ਪਰੀ ਹੈ, ਮੇਰੀ ਨਹੀਂ ਤੇ ਮੇਰਾ ਤਾਂ ਪੁੱਤਰ ਹੈ। ਇਹ ਸੁਣ ਕੇ ਭਾਗਾਂ ਵਾਲੀ ਚੁੱਪ ਕਰ ਗਈ ਤੇ ਥੋੜ੍ਹੇ ਸਮੇਂ ਵਿੱਚ ਉਸਦੇ ਪ੍ਰਾਣ ਪਖੇਰੂ ਹੋ ਗਏ, ਮਤਲਬ ਭਾਵ ਮਰ ਗਈ। ਉਸਦਾ ਬੁੱਤ ਉੱਥੇ ਹੀ ਪਿਆ ਰਹਿ ਗਿਆ। ਹੁਣ ਜੀਤ ਦੇ ਪਰੀ ਦਾ ਹਾਲ ਦੇਖਣ ਵਾਲਾ ਸੀ। ਉਹ ਕਿਸੇ ਦੇ ਚੁੱਪ ਕਰਾਏ ਤੇ ਚੁੱਪ ਨਹੀਂ ਕਰ ਰਹੇ ਸਨ। ਇੰਜ ਲੱਗਦਾ ਸੀ ਕਿ ਜਿਵੇਂ ਉਹਨਾਂ ਦੇ ਨੈਣਾਂ ਦੀਆਂ ਝੀਲਾਂ ਵਾਲੇ ਬੰਨ੍ਹ ਤੋੜ ਦਿੱਤੇ ਹੋਣ, ਪਾਣੀ ਦਾ ਹੜ੍ਹ ਆ ਗਿਆ ਹੋਵੇ। ਭਾਗਾਂ ਵਾਲੀ ਦੀ ਅੰਤਮ ਰਸਮਾਂ ਪੂਰੀਆਂ ਕੀਤੀਆਂ ਗਈਆਂ। ਹੁਣ ਤਾਂ ਜਿਵੇਂ ਘਰ ਵਿੱਚ ਭੁਚਾਲ ਜਿਹਾ ਹੀ ਆ ਗਿਆ। ਹਰ ਚੀਜ਼ ਬਿਖਰੀ ਪਈ ਸੀ।
ਜੀਤ ਦਾ ਵਿਚਾਰਾ ਟੁੱਟ ਚੁੱਕਿਆ ਸੀ। ਉਹ ਜਦੋਂ ਪਰੀ ਨੂੰ ਦੇਖਦਾ ਤਾਂ ਹੋਰ ਵੀ ਉਦਾਸ ਹੋ ਜਾਂਦਾ ਕਿ ਇਸ ਦਾ ਕੀ ਬਣੂਗਾ। ਇਸ ਤਰ੍ਹਾਂ ਸਮਾਂ ਬੀਤਦਾ ਗਿਆ। ਜੀਤ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਪਰੀ ਨੂੰ ਵਧੀਆ ਪੜ੍ਹਾ ਕੇ ਅਫਸਰ ਬਣਾਉਣ ਦਾ ਪ੍ਰਣ ਕਰ ਲਿਆ। ਉਸਨੇ ਕਿਹਾ ਕਿ ਮੇਰੀ ਜ਼ਿੰਦਗੀ ਤਾਂ ਗੁਜ਼ਰ ਗਈ ਹੈ, ਪਰ ਮੈਂ ਇਹ ਤਾਂ ਵਿਚਾਰੀ ਨਾ ਰੁਲੇ। ਹੁਣ ਪਰੀ ਵੀ 10ਵੀਂ ਪਾਸ ਕਰ ਗਈ ਸੀ। ਹੁਣ ਉਸਨੂੰ ਵੱਡੇ ਸਕੂਲ ਭੇਜਣਾ ਸੀ ਤਾਂ ਜੀਤ ਨੇ ਪਰੀ ਨਾਲ ਸਲਾਹ ਕੀਤੀ ਕਿ ਸ਼ਹਿਰ ਵਧੀਆ ਸਕੂਲ ਵਿੱਚ ਚਲੀ ਜਾ। ਉਹ ਬੋਲੀ, ਪਾਪਾ ਤੁਸੀਂ ਇਕੱਲੇ ਕਿਵੇਂ ਰਹੋਗੇ? ਤਾਂ ਜੀਤ ਨੇ ਕਿਹਾ ਕਿ ਕੁਝ ਨਹੀਂ ਹੁੰਦਾ ਪੁੱਤਰ। ਇਸ ਤਰ੍ਹਾਂ ਜੀਤ ਨੇ ਪਰੀ ਨੂੰ ਸ਼ਹਿਰ ਹੋਸਟਲ ਵਿੱਚ ਭੇਜ ਦਿੱਤਾ। ਤੂੰ ਮਨ ਲਗਾ ਕੇ ਪੜ੍ਹਾਈ ਕਰ, ਮੇਰਾ ਫਿਕਰ ਨਾ ਕਰ। ਜਿਹੜੀ ਚੀਜ਼ ਦੀ ਜ਼ਰੂਰਤ ਹੋਵੇ ਮੰਗਾ ਲੈਣਾ। ਲੋਕੀ ਗੱਲਾਂ ਕਰਨ ਲੱਗ ਪਏ। ਔਰਤਾਂ ਮੂੰਹ ਬਣਾ ਕੇ ਗੱਲਾਂ ਕਰਦੀਆਂ ਕਿ ਹੁਣ ਦੇਖੀ ਜੀਤ ਦੀ ਲਾਡਲੀ ਸ਼ਹਿਰ 'ਚ ਕੀ ਕਾਰੇ ਕਰੂਗੀ। ਮਤਲਬ ਉਹਨਾਂ ਦਾ ਮਤਲਬ ਇਹੀ ਸੀ ਕਿ ਉਹ ਸ਼ਹਿਰ ਪੜ੍ਹਨ ਨਹੀਂ ਜਾ ਰਹੀ, ਗਲਤ ਕੰਮ ਹੀ ਕਰੂਗੀ, ਇਹ ਮਾਰੂਗੀ ਕਿਸੇ ਨਾਲ ਉਡਾਰੀ। ਮਤਲਬ ਇਸ ਤਰ੍ਹਾਂ ਦੇ ਬੋਲ ਬੋਲਦੇ ਸਨ। ਸਾਰੇ ਪਿੰਡ ਵਿੱਚ ਮਿੱਟੀ ਪਾਊਗੀ। ਪਹਿਲਾਂ ਤਾਂ ਪਿੰਡ 'ਚੋਂ ਕਿਸੇ ਨੇ ਬੁੜੀ ਨੇ ਬਾਹਰ ਕੱਢੀ ਨਹੀਂ, ਕੁੜੀ ਤਾਂ ਕਿਸੇ ਨੇ ਬਾਹਰ ਕੱਢੀ ਹੈ ਹੀ ਨਹੀਂ। ਕੁੜੀਆਂ ਤਾਂ ਪਰਦੇ ਵਿੱਚ ਹੀ ਸੋਹਣੀਆਂ ਲੱਗਦੀਆਂ। ਮਤਲਬ ਇਹ ਸਾਰੇ ਲੋਕ ਇਹ ਗੱਲਾਂ ਕਰਦੇ ਸਨ ਕਿ ਕੁੜੀਆਂ ਨੂੰ ਬਾਹਰ ਨਹੀਂ ਕੱਢਣਾ ਚਾਹੀਦਾ, ਉਹਨਾਂ ਨੂੰ ਪਰਦੇ ਵਿੱਚ ਰੱਖਣਾ ਚਾਹੀਦਾ ਹੈ। ਫਿਰ ਹੀ ਇੱਜ਼ਤ ਰਹਿੰਦੀ ਹੈ ਘਰ ਦੀ ਤੇ ਪਿੰਡ ਦੀ। ਇੱਧਰ ਜੀਤ ਨੇ ਲੋਕਾਂ ਦੀ ਕੋਈ ਪਰਵਾਹ ਨਾ ਕੀਤੀ ਤੇ ਹਾਥੀਆਂ ਵਾਂਗੂ ਮਸਤ ਚਾਲ ਚੱਲਦਾ ਰਿਹਾ। ਉਸ ਦੇ ਉੱਤੇ ਕੋਈ ਅਸਰ ਨਹੀਂ ਹੋਇਆ। ਹੁਣ ਪਰੀ ਨੇ ਵੀ ਆਪਣੇ ਬਾਪ ਦੀ ਇੱਜ਼ਤ ਦਾ ਪੂਰਾ ਖਿਆਲ ਰੱਖਿਆ। ਉਹ ਹਮੇਸ਼ਾ ਹੀ ਫਸਟ ਆਉਂਦੀ ਤੇ ਆਪਣੇ ਪਿਤਾ ਦਾ ਨਾਂ ਰੋਸ਼ਨ ਕਰਦੀ ਰਹਿੰਦੀ। ਪਰੀ ਨੇ ਹੁਣ ਆਪਣੀ ਪੜ੍ਹਾਈ ਖਤਮ ਕਰ ਲਈ ਸੀ ਤੇ ਉਹ ਪਿੰਡ ਆ ਗਈ। ਲੋਕ ਉਸਨੂੰ ਅੱਖਾਂ ਪਾੜ ਕੇ ਦੇਖ ਰਹੇ ਸਨ ਕਿ ਭੋਰਾ ਵੀ ਫਰਕ ਨਹੀਂ ਪਿਆ। ਉਹੀ ਸਲੀਕਾ, ਉਹੀ ਪਹਿਰਾਵਾ, ਉਹੀ ਸ਼ਰਮ ਹਿਆ, ਹਰ ਇੱਕ ਨੂੰ ਇੱਜ਼ਤ ਦੇਣੀ। ਲੋਕ ਹੱਕੇ ਬੱਕੇ ਰਹਿ ਗਏ। ਉਹਨਾਂ ਨੂੰ ਇਹ ਸੀ ਕਿ ਪੜ੍ਹ ਲਿਖੇ ਉਹ ਸਾਰਿਆਂ ਦੀ ਇੱਜ਼ਤ ਕਰਨਾ ਭੁੱਲ ਜਾਵੇਗੀ, ਪਰ ਉਹ ਉਹਨਾਂ ਤੋਂ ਉਲਟ ਸੀ। ਉਹ ਆਪਣੇ ਘਰ ਆ ਕੇ ਪਾਪਾ ਨਾਲ ਗਲਵੱਕੜੀ ਪਾ ਕੇ ਮਿਲੀ। ਉਹਨਾਂ ਨੇ ਰਾਤ ਖੂਬ ਗੱਲਾਂ ਕੀਤੀਆਂ ਤੇ ਅੱਗੇ ਬਾਰੇ ਗੱਲ ਕੀਤੀ। ਪਰੀ ਨੇ ਕਿਹਾ ਕਿ ਮੈਂ ਆਪਣੇ ਪਿੰਡ ਦੀ ਨੌਕਰੀ ਕਰਾਂਗੀ। ਉਹ ਦੂਸਰੇ ਦਿਨ ਨੌਕਰੀ ਦੀ ਭਾਲ ਕਰਨ ਲੱਗੇ। ਉਹਨਾਂ ਨੇ ਰੱਬ ਨੇ ਸੁਣ ਲਈ। ਪਿੰਡ ਦੇ ਸਕੂਲ ਦੇ ਹੈਡਮਾਸਟਰ ਦੀ ਪੋਸਟ ਖਾਲੀ ਸੀ, ਉਸ ਨੂੰ ਉਸ 'ਤੇ ਲਗਾ ਦਿੱਤਾ। ਉਹ ਸਕੂਲ ਜਾਣ ਲੱਗੀ। ਇੱਧਰ ਜੀਤ ਵੀ ਹੁਣ ਇੱਕ ਤਾਣ ਕੇ ਤੁਰਨ ਲੱਗ ਗਿਆ ਕਿ ਉਸ ਦਾ ਪ੍ਰਣ ਜੋ ਪੂਰਾ ਹੋ ਗਿਆ। ਇੱਧਰ ਪਿੰਡ ਦੀਆਂ ਔਰਤਾਂ ਜੋ ਕਹਿੰਦੀਆਂ ਸਨ ਇੱਜ਼ਤ ਦੀ ਮਿੱਟੀ ਵਿੱਚ ਮਿਲਾਵੇਗੀ, ਉਹ ਅੱਜ ਬਦਲ ਗਈਆਂ ਸਨ। ਇਸਨੇ ਤਾਂ ਇੱਜ਼ਤ ਬਣਾ ਦਿੱਤੀ, ਇਹ ਤਾਂ ਅਸਲ ਵਿੱਚ ਹੀ ਉਡਾਰੀ ਮਾਰੂਗੀ। ਇੱਕ ਲੰਬੀ ਉਡਾਰੀ ਮਾਰਦੀ ਏ, ਪੜ੍ਹ ਲਿਖ ਕੇ ਨਹੀਂ। ਇਸਦੀ ਤਾਂ ਸੋਚ ਹੀ ਬਦਲ ਗਈ ਹੈ। ਕਿੰਨਾ ਸੋਚਦੀ ਹੈ ਲੜਕੀਆਂ ਤੇ ਪਿੰਡ ਬਾਰੇ। ਅਸੀਂ ਤਾਂ ਗਲਤ ਸਮਝਦੀਆਂ ਸੀ। ਸਾਡੀਆਂ ਬੱਚੀਆਂ ਵੀ ਗਿਆਨ ਵੰਡ ਸਕਦੀਆਂ ਨੇ, ਉਹ ਵੀ ਪਰੀ ਵਾਂਗ ਬਣ ਸਕਦੀਆਂ ਨੇ। ਅਸੀਂ ਵੀ ਉਹਨਾਂ ਨੂੰ ਗਿਆਨ ਦੁਨੀਆ ਦੇ ਅੰਬਰਾਂ 'ਚ ਉਡਾਰੀਆਂ ਲਾਵਾਂਗੀਆਂ। ਮਤਲਬ ਉਹਨਾਂ ਦੀ ਜਿਹੜੀ ਸੋਚ ਹੈ ਪਰੀ ਨੂੰ ਦੇਖ ਕੇ ਬਦਲ ਗਈ। ਹੁਣ ਤਾਂ ਪਰੀ ਕੋਲ ਔਰਤਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਸੀ। ਹਰ ਔਰਤ ਆਪਣੀ ਬੱਚੀਆਂ ਨੂੰ ਸਕੂਲ ਵਿੱਚ ਦਾਖਲ ਕਰਾਉਣ ਲਈ ਕਾਹਲੀ ਸੀ। ਹੁਣ ਤਾਂ ਕਿਸੇ ਵੀ ਘਰ ਵਿੱਚ ਕੁੜੀ ਵੇਖਣ ਨੂੰ ਨਹੀਂ ਮਿਲਦੀ ਸੀ, ਕਿਉਂਕਿ ਉਹ ਤਾਂ ਸਾਰੀਆਂ ਸਕੂਲ ਵਿੱਚ ਹੁੰਦੀਆਂ ਸਨ। ਮਤਲਬ ਜਿਹੜੇ ਲੋਕਾਂ ਦਾ ਇਹ ਵਿਚਾਰ ਸੀ ਕਿ ਕੁੜੀਆਂ ਨੂੰ ਪਰਦੇ ਵਿੱਚ ਰੱਖਣਾ ਚਾਹੀਦਾ ਹੈ, ਉਹ ਹੁਣ ਕੀ ਹੋ ਗਈਆਂ ਸੀ, ਸਕੂਲ ਵਿੱਚ ਪੜ੍ਹਨ ਲੱਗ ਪਈਆਂ ਸਨ। ਇਸ ਤਰ੍ਹਾਂ ਪਰੀ ਦੇ ਸੁਪਨਿਆਂ ਨੂੰ ਬੂਰ ਪੈਣ ਸ਼ੁਰੂ ਹੋ ਗਿਆ ਤੇ ਸਰਕਾਰ ਨੇ ਵੀ ਪਰੀ ਨੂੰ ਤਰੱਕੀ ਬਖਸ਼ੀ। ਪਿੰਡ ਵਾਲਿਆਂ ਨੂੰ ਪਰੀ 'ਤੇ ਮਾਣ ਸੀ, ਕਿਉਂਕਿ ਉਹਨਾਂ ਦੇ ਪਿੰਡ ਦਾ ਨਾਮ ਪਹਿਲਾਂ ਆਉਂਦਾ ਸੀ। ਹੁਣ ਪਰੀ ਲਈ ਚੰਗਾ ਵਧੀਆ ਮੁੰਡਾ ਦੇਖ ਕੇ ਜੀਤ ਨੇ ਉਸਦਾ ਵਿਆਹ ਕਰ ਦਿੱਤਾ। ਉਹ ਬਹੁਤ ਖੁਸ਼ ਸੀ। ਭਾਗਾ ਵਾਲੀ ਨੂੰ ਕਹਿ ਰਿਹਾ ਸੀ ਕਿ ਤੇਰੀ ਲਾਡਲੀ ਪਰੀ ਨੇ ਕਮਾਲ ਕਰ ਦਿੱਤੀ। ਸਾਰੇ ਲੋਕਾਂ ਦਾ ਮੂੰਹ ਬੰਦ ਕਰ ਦਿੱਤਾ ਤੇ ਲੋਕ ਤੈਨੂੰ ਕਹਿੰਦੇ ਨੇ ਕਿ ਭਾਗਾ ਵਾਲੀ ਦੇ ਦੁੱਧ ਦੀ ਲਾਜ ਰੱਖੀ ਹੈ ਪਰੀ ਨੇ। ਤੈਨੂੰ ਮਾਣ ਹੋਣਾ ਚਾਹੀਦਾ ਹੈ ਕਿ ਆਪਣੀ ਪਰੀ ਤੇ ਉਸਦੇ ਸਦਕੇ ਅੱਜ ਪਿੰਡ ਦੀਆਂ ਕਿੰਨੀਆਂ ਪਰੀਆਂ ਗਿਆਨ ਦੇ ਅੰਬਰਾਂ ਵਿੱਚ ਉਡਾਰੀਆਂ ਲਾ ਰਹੀਆਂ ਹਨ। ਉਹ ਭਾਗਾਂ ਵਾਲੀ ਦੀ ਧੀ ਫੋਟੋ ਨਾਲ ਗੱਲਾਂ ਕਰਦਾ ਰੋ ਪਿਆ। ਇੰਨੇ ਨੂੰ ਬਾਹਰੋਂ ਆਵਾਜ਼ ਆਈ, ਪਾਪਾ। ਤਾਂ ਜੀਤ ਨੇ ਆਪਣੇ ਹੰਝੂ ਪੂੰਝੇ ਤੇ ਬਾਹਰ ਆ ਗਿਆ। ਪਰੀ ਆਪਣੇ ਪਤੀ ਨਾਲ ਪਹਿਲੀ ਵਾਰ ਪੇਕੇ ਆਈ ਸੀ ਤੇ ਹੁਣ ਜੀਤ ਉਹਨਾਂ ਨੂੰ ਗਲਵੱਕੜੀ ਪਾ ਕੇ ਭੁੱਲ ਚੁੱਕਿਆ ਸੀ ਕਿ ਕੋਈ ਦੁੱਖ ਉਸਦੇ ਅੰਦਰ ਹੈ। ਇਹ ਸੀ ਬੱਚੇ ਕਹਾਣੀ ਕਿ ਇੱਥੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਆਪਾਂ ਨੂੰ ਲੜਕੀਆਂ ਨੂੰ ਪੜ੍ਹਾਉਣਾ ਲਿਖਾਉਣਾ ਚਾਹੀਦਾ ਹੈ, ਆਪਣੀ ਸੋਚ ਨੂੰ ਬਦਲਣਾ ਚਾਹੀਦਾ ਹੈ। ਅੱਗੇ ਆ ਗਿਆ ਬੁੱਕ ਵਰਕ। ਇਸ ਪਾਠ ਦਾ ਮੁੱਖ ਕਿਰਦਾਰ ਕੌਣ ਹੈ? ਭਾਗਾਂ ਵਾਲੀ। ਪਰਮਿੰਦਰ ਕਿੱਥੇ ਪੜ੍ਹਦੀ ਸੀ? ਸ਼ਹਿਰ। ਜੀਤ ਦੀ ਪਤਨੀ ਕਿਸ ਨਾਲ ਮਾਰੀ? ਬਿਮਾਰੀ ਨਾਲ। ਜੀਤ ਦੀ ਪਤਨੀ ਦਾ ਕੀ ਨਾਮ ਸੀ? ਭਾਗਾਂ ਵਾਲੀ। ਪਰਮਿੰਦਰ ਵੱਡੀ ਹੋ ਕੇ ਕੀ ਬਣੀ? ਹੈਡਮਾਸਟਰ। ਵਾਕਾਂ ਵਿੱਚ ਵਰਤੋ ਗਲਵੱਕੜੀ। ਪਰੀ ਆਪਣੇ ਪਤੀ ਨੂੰ ਗਲਵੱਕੜੀ ਪਾ ਕੇ ਮਿਲੀ। ਭਾਗਾਂ ਵਾਲੀ ਜੀਤ ਦੀ ਘਰਵਾਲੀ ਭਾਗਾਂ ਵਾਲੀ ਸੀ। ਸਿਆੜ। ਜੀਤ ਕੋਲ ਬਹੁਤ ਸਿਆੜ ਸਨ। ਸ਼ਰੀਕ ਕਦੇ ਕਿਸੇ ਦੇ ਖੁਸ਼ ਨਹੀਂ ਹੁੰਦੇ। ਅਫਸਰ। ਪਰੀ ਦਾ ਘਰ ਵਾਲਾ ਇੱਕ ਅਫਸਰ ਸੀ। ਉਸਦੇ ਮਾਂ ਬਾਪ ਉਸਨੂੰ ਪਹਿਲਾਂ ਹੀ ਡੈਸ਼ ਦੇ ਚੁੱਕੇ ਸਨ, ਵਿਛੋੜਾ।
ਇੱਕ ਨੇੜੇ ਦੇ ਰਿਸ਼ਤੇਦਾਰ ਨੇ ਉਸ ਦਾ ਡੈਸ਼ ਕਰਵਾਇਆ ਰਿਸ਼ਤਾ। ਭਾਗਾਂ ਵਾਲੀ ਦੇ ਪ੍ਰਾਣ ਪਖੇਰੂ ਉੱਡ ਗਏ। ਲੋਕਾਂ ਦੀਆਂ ਸੁੱਖਾਂ ਰੱਬ ਨੇ ਡੈਸ਼ ਕਰ ਲੀਆਂ ਕਬੂਲ। ਮੇਰੀ ਡੈਸ਼ ਦਾ ਖਿਆਲ ਰੱਖੀ ਪਰੀ ਦਾ ਭਗਤ। ਇਹ ਸੀ ਬੱਚੇ ਬੁੱਕ ਵਰਕ। ਹੁਣ ਆ ਜਾਓ ਪ੍ਰਸ਼ਨ ਉੱਤਰ। ਜੀਤ ਨੇ ਪਿੰਡ ਵਿੱਚ ਆਪਣੀ ਥਾਂ ਕਿਵੇਂ ਬਣਾਈ? ਪੈਸੇ ਵਿੱਚ ਖਰਾ ਹੋਣ ਕਰਕੇ ਆੜ੍ਹਤੀਏ ਨੂੰ ਇਹ ਹੁੰਦਾ ਸੀ ਕਿ ਉਹ ਆਪਣੀ ਫਸਲ ਸਾਡੇ ਕੋਲ ਲੈ ਕੇ ਆਵੇ। ਇਸ ਤਰ੍ਹਾਂ ਉਸ ਦੀ ਜਾਣ ਪਛਾਣ ਵੱਧਦੀ ਗਈ। ਭਾਗਾਂ ਵਾਲੀ ਜੀਤ ਲਈ ਕਿਸ ਤਰ੍ਹਾਂ ਕਿਸਮਤ ਲੈ ਕੇ ਆਈ? ਭਾਗਾਂ ਵਾਲੀ ਨੇ ਜਿਉਂ ਹੀ ਜੀਤ ਦੇ ਘਰ ਪੈਰ ਪਾਇਆ, ਜੀਤ ਦਾ ਕੰਮ ਦਿਨੋਂ ਦਿਨ ਵੱਧਦਾ ਗਿਆ ਸੀ। ਪਰਮਿੰਦਰ ਦਾ ਛੋਟਾ ਨਾਮ ਕੀ ਸੀ ਤੇ ਕਿਉਂ ਰੱਖਿਆ? ਜਿਹੜਾ ਵੀ ਲੜਕੀ ਨੂੰ ਵੇਖਦਾ ਉਸ ਨੂੰ ਪਰੀਆਂ ਵਰਗੀ ਕਹਿੰਦਾ। ਇਸ ਤਰ੍ਹਾਂ ਪਰਮਿੰਦਰ ਦੇ ਨਾਲ ਉਸ ਦਾ ਨਾਮ ਪਰੀ ਕਹਿ ਕੇ ਬੁਲਾਉਣ ਲੱਗ ਗਿਆ। ਭਾਗਾਂ ਵਾਲੀ ਕਿਵੇਂ ਮਰੀ? ਭਾਗਾਂ ਵਾਲੀ ਦੀ ਸਿਹਤ ਕੁਝ ਖਰਾਬ ਰਹਿਣ ਲੱਗ ਪਈ। ਡਾਕਟਰਾਂ ਨੂੰ ਦਿਖਾਉਣ ਤੋਂ ਬਾਅਦ ਵੀ ਕੋਈ ਫਰਕ ਨਹੀਂ ਪਿਆ। ਥੋੜ੍ਹੇ ਹੀ ਦਿਨਾਂ 'ਚ ਸੁੱਕੇ ਕਾਨੇ ਵਰਗੀ ਹੋ ਗਈ। ਮੰਜੇ 'ਤੇ ਪਈ ਵੀ ਦਿਖਾਈ ਨਹੀਂ ਦਿੰਦੀ ਸੀ। ਇਸ ਤਰ੍ਹਾਂ ਥੋੜ੍ਹੇ ਦਿਨਾਂ ਬਾਅਦ ਉਹ ਮਰ ਗਈ। ਜੀਤ ਆਪਣੀ ਧੀ ਨੂੰ ਕਿੱਥੇ ਤੇ ਕਿਉਂ ਭੇਜਦਾ ਸੀ? ਜੀਤ ਆਪਣੀ ਧੀ ਨੂੰ ਸ਼ਹਿਰ ਹੋਸਟਲ ਵਿੱਚ ਪੜ੍ਹਨ ਲਈ ਭੇਜਦਾ ਸੀ। ਹੁਣ ਆਗੇ ਪ੍ਰਸ਼ਨ ਵਿਸਤਾਰ ਸਹਿਤ। ਉਡਾਰੀ ਕਿਸਨੇ ਤੇ ਕਿੰਜ ਮਾਰੀ? ਉਡਾਰੀ ਪਰੀ ਨੇ ਮਾਰੀ। ਉਹ ਹਮੇਸ਼ਾ ਹੀ ਫਸਟ ਆਉਂਦੀ ਤੇ ਆਪਣੇ ਪਿਤਾ ਦਾ ਨਾਂ ਰੋਸ਼ਨ ਕਰਦੀ ਰਹਿੰਦੀ। ਪੜ੍ਹਾਈ ਖਤਮ ਕਰਨ ਤੋਂ ਬਾਅਦ ਉਹ ਪਿੰਡ ਵਿੱਚ ਆ ਕੇ ਉਹੀ ਸਲੀਕਾ, ਉਹੀ ਪਹਿਰਾਵਾ, ਉਹੀ ਸ਼ਰਮ ਹਿਆ ਤੇ ਹਰ ਇੱਕ ਨੂੰ ਇੱਜ਼ਤ ਦਿੰਦੀ। ਇਸ ਨੂੰ ਪਿੰਡ ਵਿੱਚ ਹੈਡਮਾਸਟਰ ਦੀ ਨੌਕਰੀ ਕੀਤੀ ਤੇ ਸਾਰੀਆਂ ਬੱਚੀਆਂ ਨੂੰ ਗਿਆਨ ਵੰਡਣ ਲੱਗੀ। ਜੀਤ ਦੀ ਜ਼ਿੰਦਗੀ ਦਾ ਸਫ਼ਰ ਕਿਹੋ ਜਿਹਾ ਸੀ? ਜੀਤ ਕੋਲ ਭਾਵੇਂ ਜ਼ਮੀਨ ਬਹੁਤ ਜ਼ਿਆਦਾ ਨਹੀਂ ਸੀ, ਪਰ ਉਹ ਥੋੜ੍ਹਾ ਪੜ੍ਹਿਆ ਲਿਖਿਆ ਹੋਣ ਕਰਕੇ ਆਪਣਾ ਗੁਜ਼ਾਰਾ ਵਧੀਆ ਚਲਾ ਰਿਹਾ ਸੀ। ਜੇ ਉਸਨੇ ਪਿੰਡ ਵਿੱਚ ਕਿਸੇ ਤੋਂ ਪੈਸੇ ਲੈਣੇ ਨਹੀਂ ਸੀ ਤਾਂ ਦੇਣੇ ਵੀ ਕਿਸੇ ਦੇ ਨਹੀਂ ਸਨ। ਉਹ ਆਪਣੇ ਖੇਤਾਂ ਵਿੱਚ ਕੰਮ ਕਰਦਾ ਰਹਿੰਦਾ ਤੇ ਵਧੀਆ ਫਸਲ ਪੈਦਾ ਕਰਦਾ। ਉਹ ਪੈਸੇ ਵਿੱਚ ਖਰਾ ਸੀ। ਭਾਗਾਂ ਵਾਲੀ ਤੇ ਪਰਮਿੰਦਰ ਕਿਹੋ ਜਿਹੀਆਂ ਸਨ? ਭਾਗਾਂ ਵਾਲੀ ਬਹੁਤ ਸੋਹਣੀ ਸੁਨੱਖੀ ਸੀ ਤੇ ਜੀਤ ਦੀ ਬਹੁਤ ਸੇਵਾ ਕਰਦੀ ਸੀ। ਪਰੀ ਬਹੁਤ ਸੁੰਦਰ ਸੀ। ਉਸਨੇ ਪੜ੍ਹ ਲਿਖ ਕੇ ਨਾ ਕੇਵਲ ਆਪਣੇ ਮਾਂ-ਬਾਪ ਦਾ ਨਾਂ ਰੋਸ਼ਨ ਕੀਤਾ, ਬਲਕਿ ਸਾਡੇ ਪਿੰਡ ਦਾ ਨਾਂ ਵੀ ਰੋਸ਼ਨ ਕੀਤਾ। ਉਸਨੇ ਪਿੰਡ ਦੀਆਂ ਹੋਰ ਪਰੀਆਂ ਨੂੰ ਗਿਆਨ ਦੇ ਅੰਬਰਾਂ ਵਿੱਚ ਉਡਾਰੀ ਲਗਵਾ ਦਿੱਤੀ। ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੀ ਜੀਤ ਵਾਂਗ ਆਪਣੀ ਸੋਚ ਨੂੰ ਬਦਲਣਾ ਚਾਹੀਦਾ ਹੈ। ਕੁੜੀਆਂ ਨੂੰ ਪੜ੍ਹਨ ਦਾ ਮੌਕਾ ਦੇਣਾ ਚਾਹੀਦਾ ਹੈ। ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ। ਵਿੱਦਿਆ ਦੇ ਗਿਆਨ ਨੂੰ ਆਪਣੇ ਤੱਕ ਸੀਮਤ ਨਹੀਂ ਰੱਖਣਾ ਚਾਹੀਦਾ। ਉਸ ਨੂੰ ਜ਼ਰੂਰਤਮੰਦ ਲੋਕਾਂ ਵਿੱਚ ਵੰਡਣਾ ਚਾਹੀਦਾ ਹੈ। ਲੋਕਾਂ ਦੀ ਸੋਚ ਵਿੱਚ ਕੁੜੀਆਂ ਦਾ ਕੀ ਮੁਕਾਮ ਹੈ? ਲੋਕਾਂ ਦੀ ਸੋਚ ਵਿੱਚ ਕੁੜੀਆਂ ਤਾਂ ਪਰਦੇ ਵਿੱਚ ਹੀ ਸੋਹਣੀਆਂ ਲੱਗਦੀਆਂ ਹਨ। ਫਿਰ ਹੀ ਇੱਜ਼ਤ ਰਹਿੰਦੀ ਹੈ ਘਰ ਦੀ ਤੇ ਪਿੰਡ ਦੀ। ਇਹ ਸੀ ਬੱਚੇ ਪ੍ਰਸ਼ਨ ਉੱਤਰ। ਧੰਨਵਾਦ।